Good morning to all of you. DLED ਦੀ ਕਲਾਸ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਅਸੀਂ BF ਸਕਿਨਰ ਦੀ ਥਿਊਰੀ ਓਪਰੈਂਟ ਕੰਡੀਸ਼ਨਿੰਗ ਥਿਊਰੀ ਬਾਰੇ ਪੜਾਂਗੇ, ਜਿਸ ਨੂੰ ਸਕਿਰਿਆ ਅਨੁਬੰਧਨ ਸਿਧਾਂਤ ਵੀ ਕਹਿੰਦੇ ਹਨ। ਇਸ ਥਿਊਰੀ ਵਿੱਚ BF ਸਕਿਨਰ ਨੇ ਕੀ ਕਿਹਾ ਹੈ, ਇਸ ਬਾਰੇ ਜਾਣਨ ਤੋਂ ਪਹਿਲਾਂ ਸਾਨੂੰ BF ਸਕਿਨਰ ਕੌਣ ਸੀ ਉਹਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ। BF ਸਕਿਨਰ ਇੱਕ ਅਮਰੀਕੀ ਮਨੋਵਿਗਿਆਨੀ ਸੀ, ਜਿਨ੍ਹਾਂ ਦਾ ਜਨਮ 1904 ਵਿੱਚ ਹੋਇਆ ਅਤੇ ਮੌਤ 1990 ਵਿੱਚ ਹੋਈ ਸੀ। ਉਹਨਾਂ ਨੇ ਆਪਣੀ ਸਟੱਡੀ ਹਾਰਵਰਡ ਯੂਨੀਵਰਸਿਟੀ ਤੋਂ ਕੰਪਲੀਟ ਕੀਤੀ ਅਤੇ ਉੱਥੇ ਹੀ ਉਹਨਾਂ ਨੇ ਪ੍ਰੋਫੈਸਰ ਦੇ ਪਦ 'ਤੇ ਕੰਮ ਕੀਤਾ। BF ਸਕਿਨਰ ਜੋ ਪਹਿਲਾਂ ਦੀਆਂ ਬਿਹੇਵੀਅਰਿਜ਼ਮ ਦੀਆਂ ਥਿਊਰੀਜ਼ ਸੀ, ਜਿਵੇਂ ਥੌਰਨਡਾਈਕ ਦੀ ਥਿਊਰੀ, ਪੈਵਲਵ ਦੀ ਥਿਊਰੀ, ਉਹਨਾਂ ਤੋਂ ਅਸਹਿਮਤ ਸੀ। ਉਹਨਾਂ ਦਾ ਮੰਨਣਾ ਸੀ ਕਿ ਆਰਗਨਿਜ਼ਮ ਹੈ ਉਹ ਹਮੇਸ਼ਾ ਕਿਸੇ ਸਟਿਮੂਲਸ ਦੇ ਆਉਣ ਦਾ ਇੰਤਜ਼ਾਰ ਨਹੀਂ ਕਰਦਾ, ਕਿ ਜਦੋਂ ਸਟਿਮੂਲਸ ਆਵੇ ਉਦੋਂ ਹੀ ਉਹ ਪ੍ਰਤੀਕਿਰਿਆ ਕਰੇ। ਆਰਗਨਿਜ਼ਮ ਯਾਨੀ ਕਿ ਜਿਵੇਂ ਥੌਰਨਡਾਈਕ ਦੀ ਬਿੱਲੀ ਹੋ ਗਈ, ਪੈਵਲਵ ਦਾ ਕੁੱਤਾ, ਠੀਕ ਹੈ। ਸਟਿਮੂਲਸ ਯਾਨੀ ਕਿ ਫੂਡ। ਔਰ ਸਕਿਨਰ ਦਾ ਕੀ ਮੰਨਣਾ ਸੀ ਕਿ ਇਸ ਲਈ ਉਹਨਾਂ ਨੇ ਕਿਹਾ ਕਿ ਜੋ ਆਰਗਨਿਜ਼ਮ ਹੈ, ਭਾਵ ਜੀਵ ਹੈ, ਉਹ ਖੁਦ ਬਿਹੇਵੀਅਰ ਕਰੇਗਾ, ਮੀਨਸ ਕਿਰਿਆ ਕਰੇਗਾ, ਠੀਕ ਹੈ। ਕਿਰਿਆ ਪ੍ਰਸਤੁਤ ਭਾਵ ਕਿਰਿਆ ਤੋਂ ਨਿਕਲਣ ਵਾਲਾ ਵਿਵਹਾਰ, ਯਾਨੀ ਕਿ ਉਹ ਪਹਿਲਾਂ ਐਕਟੀਵਿਟੀ ਕਰੇਗਾ, ਫਿਰ ਬਾਅਦ ਵਿੱਚ ਸਟਿਮੂਲਸ ਪੇਸ਼ ਕੀਤਾ ਜਾਵੇਗਾ। ਸਕਿਨਰ ਨੇ ਆਪਣੀ ਥਿਊਰੀ ਨੂੰ ਆਰ ਟਾਈਪ ਕੰਡੀਸ਼ਨਿੰਗ ਥਿਊਰੀ ਕਿਹਾ ਹੈ, ਭਾਵ ਪਹਿਲਾਂ ਰਿਸਪੌਂਸ ਫਿਰ ਸਟਿਮੂਲਸ, ਜਦਕਿ ਥੌਰਨਡਾਈਕ ਦੀ ਥਿਊਰੀ ਐਸ ਟਾਈਪ ਥਿਊਰੀ ਸੀ, ਕਿਉਂਕਿ ਉਸ ਵਿੱਚ ਪਹਿਲਾਂ ਸਟਿਮੂਲਸ ਸੀ ਫਿਰ ਰਿਸਪੌਂਸ। ਜਿਵੇਂ ਬਿੱਲੀ ਲਈ ਸਟਿਮੂਲਸ ਉਸਦਾ ਫੂਡ ਸੀ। ਐਸ ਟਾਈਪ ਥਿਊਰੀ ਵਿੱਚ ਸਟਿਮੂਲਸ ਬਾਰੇ ਪਤਾ ਹੁੰਦਾ ਹੈ, ਜਦਕਿ ਆਰ ਟਾਈਪ ਥਿਊਰੀ ਵਿੱਚ ਸਟਿਮੂਲਸ ਬਾਰੇ ਨਹੀਂ ਪਤਾ ਹੁੰਦਾ। ਇਸ ਤਰ੍ਹਾਂ ਆਰਗਨਿਜ਼ਮ ਨੂੰ ਨਹੀਂ ਪਤਾ ਹੁੰਦਾ ਕਿ ਉਸਨੂੰ ਕੀ ਸਟਿਮੂਲਸ ਮਿਲਣਾ ਹੈ। ਸਕਿਨਰ ਨੇ 2 ਟਾਈਪਸ ਦੇ ਬਿਹੇਵੀਅਰ ਦੱਸੇ ਹਨ। ਇੱਕ ਹੈ ਰਿਸਪੋਂਡੈਂਟ ਬਿਹੇਵੀਅਰ, ਸੈਕਿੰਡ ਹੈ ਓਪਰੈਂਟ ਬਿਹੇਵੀਅਰ। ਰਿਸਪੋਂਡੈਂਟ ਬਿਹੇਵੀਅਰ ਦੇ ਵਿੱਚ ਜੋ ਆਰਗਨਿਜ਼ਮ ਹੁੰਦਾ ਹੈ ਉਹ ਸਟਿਮੂਲਸ ਨੂੰ ਦੇਖ ਕੇ ਬਿਹੇਵੀਅਰ ਕਰਦਾ ਹੈ। ਜਿਵੇਂ ਥੌਰਨਡਾਈਕ ਦੀ ਬਿੱਲੀ ਜਾਂ ਪੈਵਲਵ ਦਾ ਕੁੱਤਾ ਸੀ, ਉਹਨਾਂ ਨੂੰ ਪਹਿਲਾਂ ਸਾਹਮਣੇ ਸਟਿਮੂਲਸ ਦੇ ਰੂਪ ਵਿੱਚ ਫੂਡ ਪੇਸ਼ ਕੀਤਾ ਜਾਂਦਾ ਸੀ ਅਤੇ ਉਹਨਾਂ ਨੇ ਉਸ ਸਟਿਮੂਲਸ ਪ੍ਰਤੀ ਆਪਣੀ ਪ੍ਰਤੀਕਿਰਿਆ ਕੀਤੀ ਸੀ। ਜਦਕਿ ਜੋ ਓਪਰੈਂਟ ਕੰਡੀਸ਼ਨਿੰਗ ਜਾਂ ਓਪਰੈਂਟ ਬਿਹੇਵੀਅਰ ਹੈ, ਇਸ ਵਿੱਚ ਆਪਣੇ ਆਪ ਬਿਹੇਵੀਅਰ ਹੁੰਦਾ ਹੈ, ਉਸ ਤੋਂ ਬਾਅਦ ਸਟਿਮੂਲਸ ਮਿਲਦਾ ਹੈ। ਸਕਿਨਰ ਨੇ ਬਹੁਤ ਸਾਰੇ ਪ੍ਰਯੋਗ ਕੀਤੇ, ਜਿਨ੍ਹਾਂ ਵਿੱਚੋਂ ਉਸਨੇ ਇੱਕ ਬਾਕਸ ਬਣਾਇਆ ਜਿਸ ਨੂੰ ਸਕਿਨਰ ਬਾਕਸ ਦਾ ਨਾਮ ਦਿੱਤਾ। ਉਸ ਵਿੱਚ ਇੱਕ ਲੀਵਰ ਲੱਗਾ ਸੀ ਅਤੇ ਉਸ ਵਿੱਚ ਉਸਨੇ ਇੱਕ ਭੁੱਖੇ ਚੂਹੇ ਨੂੰ ਬੰਦ ਕਰ ਦਿੱਤਾ ਅਤੇ ਜਦੋਂ ਉਹ ਰੈਟ ਲੀਵਰ ਦਬਾਉਂਦਾ ਸੀ, ਨੀਚੇ ਵੱਲ ਨੂੰ ਲੀਵਰ ਦਬਾਉਂਦਾ ਸੀ, ਤਾਂ ਉਸਨੂੰ ਫੂਡ ਮਿਲਦਾ ਸੀ ਅਤੇ ਜਦੋਂ ਉਹ ਲੀਵਰ ਉੱਪਰ ਕਰਦਾ ਸੀ ਤਾਂ ਉਸਨੂੰ ਹਲਕਾ ਜਿਹਾ ਇੱਕ ਬਿਜਲੀ ਦਾ ਝਟਕਾ ਲੱਗਦਾ ਸੀ। ਇਸ ਤਰ੍ਹਾਂ ਉਸ ਚੂਹੇ ਨੂੰ ਸਿਖਾਇਆ ਗਿਆ ਕਿ ਕਿਵੇਂ ਸਹੀ ਤਰੀਕੇ ਨਾਲ ਫੂਡ ਪ੍ਰਾਪਤ ਕੀਤਾ ਜਾਵੇ। ਦੂਸਰਾ ਪ੍ਰਯੋਗ ਉਹਨਾਂ ਨੇ ਕਬੂਤਰਾਂ ਉੱਪਰ ਕੀਤਾ, ਜਿਸ ਵਿੱਚ ਉਹਨਾਂ ਨੇ ਕਬੂਤਰ ਨੂੰ ਰਾਈਟ ਡਾਇਰੈਕਸ਼ਨ ਵਿੱਚ ਚੱਲਣਾ ਸਿਖਾਇਆ, ਜਿਵੇਂ ਕਬੂਤਰਾਂ ਨੂੰ ਪਲੇਟ ਵਿੱਚ ਚੁੰਝ ਮਾਰਨਾ ਸਿਖਾਉਣਾ। ਇਸ ਤਰ੍ਹਾਂ ਜਿਵੇਂ ਕਬੂਤਰ ਸਹੀ ਦਿਸ਼ਾ ਵਿੱਚ ਚੱਲਦਾ ਸੀ, ਉਸਨੂੰ ਫੂਡ ਗ੍ਰੇਨ ਦਿੱਤਾ ਜਾਂਦਾ ਸੀ। ਇਸ ਤਰ੍ਹਾਂ ਉਸਦੀ ਕਿਰਿਆ ਨੂੰ ਰੀਇਨਫੋਰਸਮੈਂਟ ਮਿਲ ਜਾਂਦੀ ਸੀ। ਇਸ ਤਰ੍ਹਾਂ ਉਹ ਹੋਰ ਪ੍ਰੇਰਿਤ ਹੋ ਜਾਂਦਾ ਸੀ ਅਤੇ ਸਹੀ ਦਿਸ਼ਾ ਵਿੱਚ ਚੱਲਣ ਲੱਗ ਜਾਂਦਾ ਸੀ। ਇਸ ਤਰ੍ਹਾਂ ਇਹਨਾਂ ਪ੍ਰਯੋਗਾਂ ਦੇ ਆਧਾਰ ਉੱਤੇ ਸਕਿਨਰ ਨੇ ਓਪਰੈਂਟ ਕੰਡੀਸ਼ਨਿੰਗ ਥਿਊਰੀ ਦਾ ਨਿਰਮਾਣ ਕੀਤਾ। ਉਹਨਾਂ ਨੇ ਆਪਣੀ ਓਪਰੈਂਟ ਕੰਡੀਸ਼ਨਿੰਗ ਥਿਊਰੀ ਦੇ 4 ਆਪਰੇਸ਼ਨ ਦੱਸੇ। ਉਹਨਾਂ ਵਿੱਚੋਂ ਪਹਿਲਾ ਆਪਰੇਸ਼ਨ ਹੈ ਸ਼ੇਪਿੰਗ। ਸ਼ੇਪਿੰਗ ਦਾ ਅਰਥ ਹੈ ਆਕਾਰ ਦੇਣਾ।
ਭਾਵ ਰੀਇਨਫੋਰਸਮੈਂਟ ਦੇ ਜ਼ਰੀਏ ਵਿਵਹਾਰ ਨੂੰ ਬਦਲਣਾ, ਯਾਨੀ ਕਿ ਅਸੀਂ ਜਿਵੇਂ ਦਾ ਵਿਵਹਾਰ ਚਾਹੁੰਦੇ ਹਾਂ ਅਸੀਂ ਸ਼ੇਪ ਕਰ ਸਕਦੇ ਹਾਂ। ਠੀਕ ਹੈ। ਸ਼ੇਪਿੰਗ ਦੇ ਵੀ 3 ਸਿਧਾਂਤ ਹਨ, ਜਿਵੇਂ ਜਨਰਲਾਈਜੇਸ਼ਨ, ਹੈਬਿਟ, ਕੰਪੀਟੀਸ਼ਨ ਅਤੇ ਤੀਸਰਾ ਹੈ ਚੇਨਿੰਗ। ਜਨਰਲਾਈਜ਼ ਮੀਨਸ ਅਸੀਂ 2 ਤਰ੍ਹਾਂ ਜਨਰਲਾਈਜ਼ ਕਰਦੇ ਹਾਂ, ਇੱਕ ਸਟਿਮੂਲਸ ਨੂੰ ਦੇਖ ਕੇ ਜਨਰਲਾਈਜ਼ ਕਰਨਾ ਤੇ ਦੂਸਰਾ ਰਿਸਪੌਂਸ ਨੂੰ। ਉਦਾਹਰਨ ਦੇ ਤੌਰ 'ਤੇ ਜਿਵੇਂ ਛੋਟੇ ਬੱਚੇ ਹੁੰਦੇ ਹਨ, ਉਹ ਆਪਣੀ ਮਾਤਾ ਜਾਂ ਪਿਤਾ ਦੀ ਉਮਰ ਦੇ ਦੂਸਰੇ ਲੋਕਾਂ ਨੂੰ ਦੇਖਦੇ ਹਨ ਤਾਂ ਉਹ ਉਹਨਾਂ ਨੂੰ ਮਾਂ ਜਾਂ ਪਾਪਾ ਕਹਿ ਕੇ ਪੁਕਾਰਦੇ ਹਨ। ਇਸ ਤਰ੍ਹਾਂ ਉਹਨਾਂ ਦਾ ਸਟਿਮੂਲਸ ਮਾਤਾ ਜਾਂ ਪਿਤਾ ਹੈ, ਉਸ ਨੂੰ ਉਹਨਾਂ ਨੇ ਜਨਰਲਾਈਜ਼ ਕਰ ਲਿਆ ਹੈ। ਇਸੇ ਤਰ੍ਹਾਂ ਰਿਸਪੌਂਸ ਦਾ ਜਨਰਲਾਈਜੇਸ਼ਨ, ਜਿਵੇਂ ਸਕਿਨਰ ਦਾ ਚੂਹਾ ਜਦੋਂ ਨੀਚੇ ਵੱਲ ਨੂੰ ਲਿਵਰ ਦਬਾਉਂਦਾ ਸੀ ਤਾਂ ਉਸ ਨੂੰ ਖਾਣਾ ਮਿਲਦਾ ਸੀ। ਇਸ ਤਰ੍ਹਾਂ ਉਹ ਉੱਪਰ ਵੱਲ ਨੂੰ ਦਬਾਉਂਦਾ ਸੀ ਤਾਂ ਉਸ ਨੂੰ ਬਿਜਲੀ ਦਾ ਝਟਕਾ ਲੱਗਦਾ ਸੀ। ਠੀਕ ਹੈ। ਇਸ ਤਰ੍ਹਾਂ ਉਸਨੇ ਜਨਰਲਾਈਜ਼ ਕਰ ਲਿਆ ਸੀ ਕਿ ਫੂਡ ਉਸਨੂੰ ਕਿਵੇਂ ਮਿਲਣਾ ਹੈ। ਸੋ ਸ਼ੇਪਿੰਗ ਮੀਨਸ ਕੀ ਹੈ, ਰੀਇਨਫੋਰਸਮੈਂਟ ਦੇ ਆਧਾਰ ਉੱਤੇ ਵਿਵਹਾਰ ਬਦਲ ਸਕਦੇ ਹਾਂ। ਠੀਕ ਹੈ। ਦੂਸਰਾ ਆਪਰੇਸ਼ਨ ਹੈ ਐਕਸਟੈਂਸ਼ਨ। ਐਕਸਟੈਂਸ਼ਨ ਮੀਨਸ ਹੈ ਲੁਪਤ ਹੋਣਾ। ਉਹਨਾਂ ਨੇ ਦੱਸਿਆ ਕਿ ਜੇ ਚੂਹੇ ਜਾਂ ਕਬੂਤਰ ਨੂੰ ਜੋ ਅਸੀਂ ਐਕਸਪੈਰੀਮੈਂਟ ਕਰ ਰਹੇ ਹਾਂ ਉਸ ਦੀ ਜੋ ਸਥਿਤੀਆਂ ਹਨ ਉਹਨਾਂ ਨੂੰ ਜੇਕਰ ਥੋੜ੍ਹੀ ਦੇਰ ਲਈ ਉਹਨਾਂ ਤੋਂ ਦੂਰ ਰੱਖਦੇ ਹਾਂ ਤਾਂ ਉਹਨਾਂ ਦਾ ਜੋ ਰੀਇਨਫੋਰਸਮੈਂਟ ਹੈ ਉਹਨਾਂ ਦਾ ਵਿਦਡਰਾ ਕਰ ਦਿੱਤਾ ਜਾਵੇ, ਜੋ ਉਹਨਾਂ ਨੇ ਸਿੱਖਿਆ ਹੈ ਉਹ ਲੁਪਤ ਹੋ ਜਾਵੇਗਾ। ਯਾਨੀ ਕਿ ਅਗਰ ਉਹਨਾਂ ਨੂੰ ਜੋ ਅਸੀਂ ਸਿਖਾ ਰਹੇ ਹਾਂ, ਠੀਕ ਹੈ, ਉਹਦੇ ਵਿੱਚ ਟਾਈਮ ਦਾ ਜ਼ਿਆਦਾ ਗੈਪ ਪਾ ਦਿੱਤਾ ਜਾਵੇ ਜਾਂ ਸਟਿਮੂਲਸ ਨਾ ਪੇਸ਼ ਕੀਤਾ ਜਾਵੇ ਜਾਂ ਉਹਨਾਂ ਨੂੰ ਰੀਇਨਫੋਰਸਮੈਂਟ ਹੈ ਜੋ ਉਹ ਕੁਝ ਦੇਰ ਬਾਅਦ ਦਿੱਤੀ ਜਾਵੇ ਜਾਂ ਫਿਰ ਉਹ 'ਚ ਗੈਪ ਪਾਇਆ ਜਾਵੇ ਤਾਂ ਜੋ ਉਹਨਾਂ ਨੇ ਸਿੱਖਿਆ ਹੈ ਉਹ ਲੁਪਤ ਹੋ ਜਾਏਗਾ। ਅਗਲਾ ਆਪਰੇਸ਼ਨ ਹੈ ਸਪੌਂਟੇਨੀਅਸ ਸਪੌਂਟੇਨੀਅਸ ਰਿਕਵਰੀ। ਜਦੋਂ ਸਕਿਨਰ ਨੇ ਚੂਹੇ ਜਾਂ ਕਬੂਤਰ ਨੂੰ ਦੁਬਾਰਾ ਉਸ ਕੰਡੀਸ਼ਨ ਵਿੱਚ ਰੱਖਿਆ ਤਾਂ ਤੁਰੰਤ ਉਹਨਾਂ ਨੂੰ ਪਤਾ ਲੱਗ ਗਿਆ ਕਿ ਕਿਵੇਂ ਸਹੀ ਤਰੀਕੇ ਨਾਲ ਫਰੂਟ ਪ੍ਰਾਪਤ ਕਰਨਾ ਹੈ। ਇਸ ਤਰ੍ਹਾਂ ਉਹਨਾਂ ਨੇ ਦੱਸਿਆ ਕਿ ਜੋ ਆਰਗੇਨਿਜ਼ਮ ਹੈ ਸੇਮ ਕੰਡੀਸ਼ਨ ਵਿੱਚ ਜਲਦੀ ਹੀ ਪ੍ਰਤੀਕਿਰਿਆ ਕਰ ਲੈਂਦਾ ਹੈ। ਨੈਕਸਟ ਆਪਰੇਸ਼ਨ ਹੈ ਜੋ ਬਹੁਤ ਇੰਪੋਰਟੈਂਟ ਹੈ, ਉਹ ਹੈ ਕਨਸੈਪਟ ਆਫ ਰੀਇਨਫੋਰਸਮੈਂਟ। ਰੀਇਨਫੋਰਸਮੈਂਟ ਆਰਗੇਨਿਜ਼ਮ ਨੂੰ ਪ੍ਰਤੀਕਿਰਿਆ ਕਰਨ ਲਈ ਸ਼ਕਤੀ ਦਾ ਨਾਮ ਦਿੱਤਾ ਰੀਇਨਫੋਰਸਮੈਂਟ ਨੂੰ। ਉਹਨਾਂ ਅਨੁਸਾਰ 3 ਤਰ੍ਹਾਂ ਦੇ ਰੀਇਨਫੋਰਸਰ ਹੁੰਦੇ ਹਨ। ਵੈਸੇ 2 ਤਰ੍ਹਾਂ ਦੇ ਮੇਨ ਹੁੰਦੇ ਹਨ, ਪੋਜ਼ਿਟਿਵ ਐਂਡ ਨੈਗੇਟਿਵ। ਠੀਕ ਹੈ। ਪੋਜ਼ਿਟਿਵ ਰੀਇਨਫੋਰਸਮੈਂਟ ਹੁੰਦਾ ਹੈ ਜੋ ਵਿਅਕਤੀ ਨੂੰ ਸਕਾਰਾਤਮਕ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ, ਜਿਵੇਂ ਕੁਝ ਪ੍ਰਾਪਤ ਕਰਨ ਲਈ ਕੁਝ ਕਰਨਾ ਪੈਂਦਾ ਹੈ। ਜਿਵੇਂ ਚੂਹਾ ਫੂਡ ਪ੍ਰਾਪਤ ਕਰਨ ਲਈ ਲੀਵਰ ਨੂੰ ਦਬਾਉਂਦਾ ਸੀ, ਟੂ ਡੂ ਸਮਥਿੰਗ ਟੂ ਗੈਟ ਸਮਥਿੰਗ। ਇਸੇ ਤਰ੍ਹਾਂ ਜਿਵੇਂ ਨੈਗੇਟਿਵ ਰੀਇਨਫੋਰਸਰ ਹੈ, ਉਸ ਦਾ ਮੀਨਸ ਹੈ ਟੂ ਡੂ ਸਮਥਿੰਗ ਟੂ ਅਵੋਇਡ ਸਮਥਿੰਗ, ਕਿਸੇ ਚੀਜ਼ ਨੂੰ ਅਵੋਇਡ ਕਰਨ ਲਈ ਕੁਝ ਕਰਨਾ। ਲੇਕਿਨ ਹੁੰਦਾ ਕੀ ਹੈ ਕਿ ਅਸੀਂ ਨੈਗੇਟਿਵ ਰੀਇਨਫੋਰਸਰ ਅਤੇ ਪਨਿਸ਼ਰ ਦੋਹਾਂ ਨੂੰ ਇੱਕ ਸਮਝ ਲੈਂਦੇ ਹਨ, ਜਦੋਂ ਕਿ ਦੋਨੋਂ ਕੀ ਹੈ, ਅਲੱਗ-ਅਲੱਗ ਹੈ। ਨੈਗੇਟਿਵ ਰੀਇਨਫੋਰਸਰਸ ਜਿਵੇਂ ਕੋਈ ਉਦਾਹਰਨ ਦੇ ਤੌਰ 'ਤੇ ਜਿਵੇਂ ਕੋਈ ਬੱਚਾ ਆਪਣੀ ਟੀਚਰ ਦੀ ਡਾਂਟ ਤੋਂ ਬਚਣ ਲਈ ਆਪਣਾ ਹੋਮਵਰਕ ਕਰਦਾ ਹੈ, ਕਿਉਂਕਿ ਉਸਨੂੰ ਪਤਾ ਹੈ ਕਿ ਉਸਨੂੰ ਡਾਂਟ ਤੋਂ ਬਚਣਾ ਹੈ, ਅਤੇ ਇਹ ਕੀ ਹੈ, ਨੈਗੇਟਿਵ ਰੀਇਨਫੋਰਸਰ। ਜਦਕਿ ਜੋ ਤੀਸਰਾ ਹੈ ਪਨਿਸ਼ਰ ਹੈ, ਜਿਵੇਂ ਨੈਗੇਟਿਵ ਰੀਇਨਫੋਰਸਰ ਹੈ ਉਹ ਨੈਗੇਟਿਵ ਤਰੀਕੇ ਨਾਲ ਪੁਨਰਬਲ ਦਿੰਦਾ ਹੈ, ਜਦਕਿ ਜੋ ਪਨਿਸ਼ਰ ਹੈ ਉਹ ਰਿਸਪੌਂਸ ਪ੍ਰਤੀਕਿਰਿਆ ਨੂੰ ਘਟਾਉਂਦਾ ਹੈ। ਠੀਕ ਹੈ, ਤਾਂ ਜੋ ਉਹ ਗਲਤੀ ਦੁਬਾਰਾ ਨਾ ਹੋਵੇ। ਜਿਵੇਂ ਕੋਈ ਬੱਚਾ ਹਰ ਰੋਜ਼ ਸਕੂਲ ਲੇਟ ਆਉਂਦਾ ਹੈ ਤਾਂ ਟੀਚਰ ਸਟੂਡੈਂਟ ਨੂੰ ਪਨਿਸ਼ਮੈਂਟ ਦਿੰਦਾ ਹੈ ਤਾਂ ਕਿ ਉਹ ਦੁਬਾਰਾ ਗਲਤੀ ਨਾ ਕਰੇ।
ठीक है। ਅੱਗੇ ਉਹਨਾਂ ਨੇ ਦੱਸਿਆ ਕਿ ਇਹ ਜੋ ਪੁਨਰਬਲ ਰੀਇਨਫੋਰਸਮੈਂਟ ਹੈ ਉਹ ਕਿਵੇਂ ਦੇਣੀ ਚਾਹੀਦੀ ਹੈ ਤਾਂ ਜੋ ਕਿ ਜੋ ਲਰਨਿੰਗ ਹੈ ਉਹ ਵੱਧ ਤੋਂ ਵੱਧ ਮਾਤਰਾ ਵਿੱਚ ਹੋਵੇ। ਇਸ ਲਈ ਉਹਨਾਂ ਨੇ ਕੁਝ ਸ਼ਡਿਊਲਸ ਨਿਰਧਾਰਿਤ ਕੀਤੇ ਜੋ ਇਸ ਪ੍ਰਕਾਰ ਹਨ। फर्स्ट है कंटिन्यूस शेड्यूल, सेकंड है इंटरमिटेंट शेड्यूल। और फर्स्ट जो है कंटिन्यूस शेड्यूल, इस विच की हुंदा है ਜਦੋਂ ਅਸੀਂ ਨਿਰੰਤਰ ਜਾਂ ਜਦੋਂ ਵੀ ਸਹੀ ਕਿਰਿਆ ਹੋਵੇਗੀ ਅਸੀਂ ਆਰਗੇਨਿਜ਼ਮ ਨੂੰ ਜੋ ਸਿੱਖਣ ਵਾਲਾ ਹੁੰਦਾ ਹੈ ਤੁਰੰਤ ਪੁਨਰਬਲ ਦਿੰਦੇ ਰਵਾਂਗੇ। ਠੀਕ ਹੈ, ਕੰਟੀਨਿਊਸ ਯਾਨੀ ਕਿ ਉਹਨੂੰ ਕੰਟੀਨਿਊਸ ਪੁਨਰਬਲ ਜੋ ਰੀਇਨਫੋਰਸਮੈਂਟ ਹੈ ਉਹ ਦਿੰਦੇ ਰਵਾਂਗੇ। ਲੇਕਿਨ ਇੰਟਰਮੀਟੈਂਟ ਸ਼ਡਿਊਲ ਵਿੱਚ ਅਸੀਂ ਨਿਰੰਤਰ ਨਾ ਦੇ ਕੇ ਕੁਝ ਸਮੇਂ ਦੇ ਬਾਅਦ ਪੁਨਰਬਲ ਯਾਨੀ ਕਿ ਰੀਇਨਫੋਰਸਮੈਂਟ ਹੈ ਜੋ ਉਹ ਕੁਝ ਦੇਰ ਬਾਅਦ ਦਿੰਦੇ ਹਾਂ। ਠੀਕ ਹੈ, ਔਰ ਇੰਟਰਮੀਡੀਏਟ ਸ਼ਡਿਊਲ ਹੈ ਉਹ ਵੀ ਉਹਨਾਂ ਨੇ ਅੱਗੇ ਦੋ ਤਰ੍ਹਾਂ ਦੀ ਦੱਸੀ ਹੈ, ਜਿਵੇਂ ਇੰਟਰਵਲ ਸ਼ਡਿਊਲ ਅਤੇ ਰੇਸ਼ੋ ਸ਼ਡਿਊਲ। ਇੰਟਰਵਲ ਸ਼ਡਿਊਲ ਵਿੱਚ ਕੀ ਕਰਦੇ ਹਾਂ ਅਸੀਂ ਜੋ ਪੁਨਰਬਲ ਦਿੰਦੇ ਹਾਂ ਉਹ ਕੁਝ ਟਾਈਮ ਬਾਅਦ ਹੁੰਦਾ ਹੈ, ਜਿਵੇਂ 2 ਮਿੰਟ ਬਾਅਦ, 5 ਮਿੰਟ ਬਾਅਦ ਜਾਂ 3 ਮਿੰਟ ਦੇ ਬਾਅਦ। ਅਤੇ ਦੂਸਰਾ ਜੋ ਰੇਸ਼ੋ ਸ਼ਡਿਊਲ ਹੈ ਉਸ ਵਿੱਚ ਕੁਝ ਰੇਸ਼ੋ ਦੇ ਬਾਅਦ, ਜਿਵੇਂ 3 ਵਾਰ ਸਹੀ ਐਕਟੀਵਿਟੀ ਜਾਂ 4 ਵਾਰ ਸਹੀ ਐਕਟੀਵਿਟੀ ਕਰਨ ਦੇ ਬਾਅਦ ਰੀਇਨਫੋਰਸਮੈਂਟ ਦੇਣਾ। ਠੀਕ ਹੈ ਨਾ। ਇੰਟਰਵਲ ਸ਼ਡਿਊਲ ਦੇ ਵਿੱਚ ਕੀ ਹੈ, ਟਾਈਮ ਦਾ ਗੈਪ ਪਾ ਕੇ, ਅਤੇ ਰੇਸ਼ੋ ਦੇ ਵਿੱਚ ਕੀ ਹੈ ਦੀ ਐਕਟੀਵਿਟੀ ਦੇ ਆਧਾਰ 'ਤੇ ਕਿ ਕਿੰਨੀ ਵਾਰ ਸਹੀ ਹੋਣ 'ਤੇ ਉਸਨੂੰ ਰੀਇਨਫੋਰਸਮੈਂਟ ਦੇਣੀ। ਔਰ ਇਸ ਤਰ੍ਹਾਂ ਉਹਨਾਂ ਨੇ ਇੰਟਰਵਲ ਸ਼ਡਿਊਲ ਅਤੇ ਜੋ ਰੇਸ਼ੋ ਸ਼ਡਿਊਲ ਹੈ ਇਹਨਾਂ ਦੇ ਵੀ ਟਾਈਪਸ ਦੱਸੇ ਹਨ। ਠੀਕ ਹੈ, ਇਹਦੇ ਵਿੱਚ ਹੈ ਇੰਟਰਵਲ ਅਤੇ ਫਿਕਸਡ ਰੇਸ਼ੋ ਮੀਨਸ ਫਿਕਸ ਇੰਟਰਵਲ ਫਿਕਸ ਟਾਈਮ, ਜਿਵੇਂ ਹਰ 2 ਮਿੰਟ ਦੇ ਬਾਅਦ, ਹਰ ਫਿਕਸ ਰੇਸ਼ੋ ਜਿਵੇਂ ਹਰ 2 ਜਾਂ 3 ਸਹੀ ਐਕਟੀਵਿਟੀ ਕਰਨ ਤੋਂ ਬਾਅਦ ਪੁਨਰਬਲ ਦੇਣਾ। ਫਿਰ ਉਹਨਾਂ ਨੇ ਕਿਹਾ ਕਿ ਵੇਰੀਏਬਲ ਇੰਟਰਵਲ ਅਤੇ ਵੇਰੀਏਬਲ ਰੇਸ਼ੋ, ਮਤਲਬ ਵੇਰੀਏਬਲ ਇੰਟਰਵਲ ਅਤੇ ਵੇਰੀਏਬਲ, ਮਤਲਬ ਕਦੀ ਅਸੀਂ 2 ਮਿੰਟ ਬਾਅਦ ਰੀਇਨਫੋਰਸਮੈਂਟ ਦੇਵਾਂਗੇ, ਕਦੀ 1 ਮਿੰਟ ਬਾਅਦ ਰੀਇਨਫੋਰਸਮੈਂਟ ਦੇਵਾਂਗੇ। ਜਿਵੇਂ ਦੀ ਅਸੀਂ ਐਕਟੀਵਿਟੀ ਸਿਖਾਉਣਾ ਚਾਹੁੰਦੇ ਹਾਂ ਉਸ ਦੇ ਅਕੋਰਡਿੰਗ ਜਿੰਨੀ ਕੰਪਲੈਕਸ ਸਾਡੀ ਲਰਨਿੰਗ ਦੀ ਐਕਟੀਵਿਟੀ ਹੋਵੇਗੀ ਉਸ ਦੇ ਹਿਸਾਬ ਨਾਲ ਹੀ ਅਸੀਂ ਰੀਇਨਫੋਰਸਮੈਂਟ ਦਾ ਇੰਟਰਵਲ ਜਾਂ ਰੇਸ਼ੋ ਫਿਕਸ ਕਰਾਂਗੇ। ਇਸ ਤਰ੍ਹਾਂ ਸਕਿਨਰ ਨੇ ਆਪਣੀ ਓਪਰੈਂਟ ਕੰਡੀਸ਼ਨਿੰਗ ਥਿਊਰੀ ਦੇ ਵਿੱਚ ਦੱਸਿਆ ਕਿ ਕੰਡੀਸ਼ਨਿੰਗ ਕਦੋਂ ਹੁੰਦੀ ਹੈ, ਜਦੋਂ ਜੀਵ ਪਹਿਲਾਂ ਕਿਰਿਆ ਕਰਦਾ ਹੈ, ਫਿਰ ਉਸਨੂੰ ਰਿਸਪੌਂਸ ਮਿਲਦਾ ਹੈ ਜਾਂ ਸਟਿਮੂਲਸ ਮਿਲਦਾ ਹੈ, ਫਿਰ ਉਸ ਸਟਿਮੂਲਸ ਨੂੰ ਰੀਇਨਫੋਰਸਮੈਂਟ ਦੀ ਸਹਾਇਤਾ ਨਾਲ ਉਸਨੂੰ ਮਜ਼ਬੂਤ ਕੀਤਾ ਜਾਂਦਾ ਹੈ। ਉਸ ਦੀ ਸਹੀ ਐਕਟੀਵਿਟੀ ਨੂੰ ਰਿਸਪੌਂਸ ਰੀਇਨਫੋਰਸਮੈਂਟ ਦੇ ਜ਼ਰੀਏ ਪੱਕਾ ਕੀਤਾ ਜਾਂਦਾ ਹੈ। ਨੈਕਸਟ ਜੋ ਐਜੂਕੇਸ਼ਨ ਇੰਪਲੀਕੇਸ਼ਨਸ ਹੈ ਕਿ ਯਾਨੀ ਕਿ ਸਿੱਖਿਆ ਦੇ ਵਿੱਚ ਇਸ ਥਿਊਰੀ ਦਾ ਕੀ ਦੇਣ ਹੈ ਉਸ ਦੇ ਬਾਰੇ ਅਸੀਂ ਚਰਚਾ ਕਰਾਂਗੇ। ਫਸਟ ਹੈ ਰੀਇਨਫੋਰਸਮੈਂਟ, ਜਿਵੇਂ ਕਿ ਇਸ ਵਿੱਚ ਸਭ ਤੋਂ ਮਹੱਤਵਪੂਰਨ ਜੋ ਸੈਂਟਰ ਪੋਜੀਸ਼ਨ ਵਿੱਚ ਕਨਸੈਪਟ ਹੈ ਉਹ ਹੈ ਰੀਇਨਫੋਰਸਮੈਂਟ ਦਾ ਕਨਸੈਪਟ। ਟੀਚਰ ਸਭ ਤੋਂ ਜ਼ਿਆਦਾ ਪ੍ਰਯੋਗ ਕਰਦੇ ਹਨ ਆਪਣੀ ਟੀਚਿੰਗ ਐਕਟੀਵਿਟੀ ਵਿੱਚ। ਇਸ ਰੀਇਨਫੋਰਸਮੈਂਟ ਦਾ ਸਹੀ ਤਰੀਕੇ ਨਾਲ ਪ੍ਰਯੋਗ ਕਰਕੇ ਅਸੀਂ ਆਪਣੇ ਸਟੂਡੈਂਟਸ ਦੀ ਜੋ ਲਰਨਿੰਗ ਨੂੰ ਪ੍ਰਭਾਵਿਤ ਕਰ ਸਕਦੇ ਹਾਂ, ਉਹਨਾਂ ਨੂੰ ਸਿੱਖਣ ਲਈ ਪ੍ਰੇਰਿਤ ਕਰ ਸਕਦੇ ਹਾਂ। ਪੋਜ਼ੀਟਿਵ ਰੀਇਨਫੋਰਸਮੈਂਟ ਦੇ ਨਾਲ ਉਹਨਾਂ ਦੀ ਜੋ ਚੰਗੀ ਐਕਟੀਵਿਟੀ ਹੈ ਉਸ ਨੂੰ ਮਜ਼ਬੂਤ ਕਰ ਸਕਦੇ ਹਾਂ। ਨੈਗੇਟਿਵ ਰੀਇਨਫੋਰਸਮੈਂਟ ਦੀ ਸਹਾਇਤਾ ਨਾਲ ਅਸੀਂ ਉਹਨਾਂ ਦੀ ਬੁਰੀ ਐਕਟੀਵਿਟੀ ਜਾਂ ਬੁਰੀਆਂ ਆਦਤਾਂ ਨੂੰ ਘੱਟ ਕਰ ਸਕਦੇ ਹਾਂ, ਅਤੇ ਜੋ ਪਨਿਸ਼ਰ ਹੈ ਉਸ ਦਾ ਕਦੀ ਰੋਜ਼ਾਨਾ ਨਹੀਂ ਕਦੀ ਜੋ ਉਹਨਾਂ ਦੀਆਂ ਗਲਤ ਆਦਤਾਂ ਉਹਨਾਂ ਨੂੰ ਦੂਰ ਕਰ ਸਕਦੇ ਹਾਂ। ਨੈਕਸਟ ਹੈ
यूज़ ऑफ प्रोग्राम्ड इंस्ट्रक्शंस। ਉਹਨਾਂ ਨੇ ਇਸ ਥਿਊਰੀ ਸਕਿਨਰ ਨੇ ਇਸ ਥਿਊਰੀ ਦੇ ਆਧਾਰ ਉੱਤੇ ਪ੍ਰੋਗਰਾਮ ਲਰਨਿੰਗ ਦਾ ਵੀ ਕਨਸੈਪਟ ਦਿੱਤਾ। ਉਸ ਦੇ ਨਾਲ ਵੀ ਅਸੀਂ ਜੋ ਹੈ ਲਰਨਿੰਗ ਹੈ ਬੱਚਿਆਂ ਦੀ ਉਸ ਨੂੰ ਪ੍ਰਭਾਵਿਤ ਕਰ ਸਕਦੇ ਹਾਂ। ਤੀਸਰਾ ਜੋ ਉਹਨਾਂ ਨੇ ਟੀਚਿੰਗ ਮਸ਼ੀਨ ਦਾ ਕਨਸੈਪਟ ਦਿੱਤਾ ਉਹ ਵੀ ਸਿੱਖਿਆ ਦੇ ਖੇਤਰ ਵਿੱਚ ਬਹੁਤ ਉਸ ਦਾ ਵੀ ਬਹੁਤ ਯੋਗਦਾਨ ਹੈ। ਨੈਕਸਟ ਹੈ ਜੋ ਸਕਸੈਸਿਵ ਅਪਰੋਕਸੀਮੇਸ਼ਨ, ਕਿ ਛੋਟੇ ਛੋਟੇ ਸਟੈਪ ਦੇ ਵਿੱਚ ਉਸਨੂੰ ਬੱਚੇ ਨੂੰ ਸਫਲਤਾ ਦੇ ਵੱਲ ਲੈ ਕੇ ਜਾਣਾ। ਜੋ ਅਸੀਂ ਚਾਹੁੰਦੇ ਹਾਂ ਸਿਖਾਉਣਾ ਉਹ ਸਿਖਾਉਣਾ। ਛੋਟੇ ਛੋਟੇ ਸਟੈਪ ਜਿਵੇਂ ਛੋਟਾ ਛੋਟਾ ਬੱਚੇ ਨੂੰ ਸਿਖਾਉਣਾ, ਛੋਟੇ ਛੋਟੇ ਕਦਮਾਂ ਵਿੱਚ ਕੋਈ ਚੀਜ਼ ਸਿਖਾਉਣੀ ਅਤੇ ਐਂਡ ਵਿੱਚ ਉਸਨੂੰ ਪੂਰਾ ਸਿਖਾ ਦੇਣਾ। ਠੀਕ ਹੈ, ਜਿਵੇਂ ਕਬੂਤਰ ਨੂੰ ਕੀ ਸੀ ਪਹਿਲਾਂ ਸਹੀ ਦਿਸ਼ਾ ਵਿੱਚ ਚੱਲਣਾ ਸਿਖਾਇਆ ਛੋਟੇ। ਠੀਕ ਹੈ। ਨੈਕਸਟ ਹੈ ਐਲੀਮੀਨੇਟ ਨੈਗੇਟਿਵ ਬਿਹੇਵੀਅਰ, ਕਿ ਇਸ ਸਿਧਾਂਤ ਦੇ ਜ਼ਰੀਏ ਅਸੀਂ ਜੋ ਗਲਤ ਆਦਤਾਂ ਵਾਂ, ਬੁਰੀਆਂ ਆਦਤਾਂ ਵਾਂ ਉਸ ਨੂੰ ਦੂਰ ਕਰ ਸਕਦੇ ਹਾਂ। ਥਰੂ ਰੀਇਨਫੋਰਸਮੈਂਟ ਦੇ ਜ਼ਰੀਏ ਅਸੀਂ ਉਸ ਨੂੰ ਦੂਰ ਕਰ ਸਕਦੇ ਹਾਂ। ਫੋਰ ਐਗਜ਼ਾਮਪਲ ਜਿਵੇਂ MCQ ਕੁਐਸਚਨ ਹੁੰਦੇ ਨੇ, ਜੇਕਰ ਸਹੀ ਰਿਸਪੌਂਸ ਹੋਵੇਗਾ ਤਾਂ ਕਰੈਕਟ ਮਾਰਕਸ ਮਿਲੇਗਾ, ਔਰ ਸਹੀ ਰਿਸਪੌਂਸ ਨਹੀਂ ਹੋਵੇਗਾ ਤਾਂ ਉਸਦੀ ਨੈਗੇਟਿਵ ਮਾਰਕਿੰਗ ਹੋਵੇਗੀ। ਠੀਕ ਹੈ। ਨੈਕਸਟ ਹੈ ਮੋਡੀਫਿਕੇਸ਼ਨ ਆਫ ਬਿਹੇਵੀਅਰ। ਇਸ ਸਿਧਾਂਤ ਦੇ ਆਧਾਰ 'ਤੇ ਅਸੀਂ ਵਿਦਿਆਰਥੀ ਦਾ ਜਿਵੇਂ ਦਾ ਬਿਹੇਵੀਅਰ ਟੀਚਰ ਚਾਹੁੰਦਾ ਹੈ ਉਹ ਕਰ ਸਕਦਾ ਹੈ। ਠੀਕ ਹੈ, ਮੋਡੀਫਿਕੇਸ਼ਨ ਕਰ ਸਕਦਾ ਹੈ, ਉਹਦੇ ਸੁਧਾਰ ਵਿੱਚ ਤਬਦੀਲੀ ਲਿਆ ਸਕਦਾ ਹੈ। ਨੈਕਸਟ ਹੈ ਟੂ ਮੋਟੀਵੇਟ ਸਟੂਡੈਂਟਸ, ਕਿ ਸਟੂਡੈਂਟਸ ਨੂੰ ਮੋਟਿਵ ਕਰ ਸਕਦੇ ਹਾਂ। ਅਗਰ ਉਸਨੇ ਐਕਟੀਵਿਟੀ ਸਹੀ ਕਰ ਰਿਹਾ ਹੈ ਤਾਂ ਉਸਨੂੰ ਮੋਟੀਵੇਟ ਕਰਨਾ ਕਿ ਉਸਦੀ ਜੋ ਉਸਨੇ ਸਿੱਖਿਆ ਹੈ ਉਹ ਮਜ਼ਬੂਤ ਹੋ ਸਕੇ, ਹੋਰ ਮਜ਼ਬੂਤ ਹੋ ਸਕੇ। ਨੈਕਸਟ ਹੈ ਨੌਲੇਜ ਆਫ ਰਿਜ਼ਲਟਸ, ਕਿ ਬੱਚੇ ਨੂੰ ਇਸ ਸਿਧਾਂਤ ਦੇ ਆਧਾਰ 'ਤੇ ਆਪਣੇ ਜੋ ਰਿਜ਼ਲਟ ਹੈ ਉਹ ਪਤਾ ਚੱਲ ਜਾਂਦੇ ਹਨ ਕਿ ਉਸਨੇ ਜੋ ਕਿਰਿਆ ਕੀਤੀ ਹੈ ਉਹ ਸਹੀ ਕੀਤੀ ਹੈ, ਉਹਦਾ ਰਿਜ਼ਲਟ ਸਹੀ ਹੈ ਜਾਂ ਗਲਤ ਹੈ। ਨੈਕਸਟ ਹੈ ਸਮਾਲ ਸਟੈਪਸ ਇਨ, ਉਹੀ ਗੱਲ ਕਿ ਸਮਾਲ ਸਟੈਪਸ ਦੇ ਵਿੱਚ ਅਸੀਂ ਬੱਚੇ ਨੂੰ ਸਹੀ ਬਿਹੇਵੀਅਰ ਕਰਨਾ ਸਿਖਾ ਸਕਦੇ ਹਾਂ। ਨੈਕਸਟ ਹੈ ਐਲੀਮੀਨੇਟਿੰਗ ਫੀਅਰ, ਕਿ ਬੱਚੇ ਦੇ ਮਨ 'ਚ ਜੋ ਡਰ ਹੈ ਸਕੂਲ ਪ੍ਰਤੀ ਜਾਂ ਕਿਸੇ ਸਬਜੈਕਟ ਦੇ ਪ੍ਰਤੀ ਉਸ ਨੂੰ ਅਸੀਂ ਇਸ ਥਿਊਰੀ ਦੇ ਆਧਾਰ 'ਤੇ ਦੂਰ ਕਰ ਸਕਦੇ ਹਾਂ। ਨੈਕਸਟ ਹੈ ਈਜ਼ੀ ਟੂ ਡਿਫੀਕਲਟ, ਕਿ ਬੱਚੇ ਨੂੰ ਪਹਿਲਾਂ ਈਜ਼ੀ ਸਟੈਪਸ ਸਿਖਾਉਣੇ, ਫਿਰ ਹੌਲੀ ਹੌਲੀ ਉਸ ਨੂੰ ਡਿਫੀਕਲਟ ਵੱਲ ਲੈ ਕੇ ਜਾਣਾ ਅਤੇ ਉਸਦੇ ਬਿਹੇਵੀਅਰ ਵਿੱਚ ਚੇਂਜਿਸ ਲੈ ਕੇ ਆਉਣੀਆਂ। ਇਸ ਤਰ੍ਹਾਂ ਸਕਿਨਰ ਦੀ ਜੋ ਥਿਊਰੀ ਸੀ ਉਸਦਾ ਸਕੂਲ ਦੇ ਵਿੱਚ ਟੀਚਰ ਦੇ ਲਈ, ਬੱਚੇ ਦੇ ਲਈ ਵੀ ਬਹੁਤ ਵੱਡਾ ਯੋਗਦਾਨ ਹੈ।